Hello students, now we are going to start the new topic ਧਰਮ ਸੁਧਾਰ ਅੰਦੋਲਨ ਦੀ ਪ੍ਰਗਤੀ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕਿ ਜਰਮਨ ਦੇ ਵਿੱਚ ਧਰਮ ਸੁਧਾਰ ਅੰਦੋਲਨ ਦੀ ਸ਼ੁਰੂਆਤ ਜਿਹੜੀ ਸੀ ਉਹ ਕਿਸ ਤਰ੍ਹਾਂ ਹੋਈ ਤੇ ਕਿਸ ਵਿਅਕਤੀ ਨੇ ਇਹਦੇ ਵਿੱਚ ਯੋਗਦਾਨ ਪਾਇਆ ਸੀ। ਸੋ ਪਹਿਲਾ ਵਿਅਕਤੀ ਜਿਹਨੇ ਕਿ ਜਰਮਨ ਦੇ ਵਿੱਚ ਧਰਮ ਸੁਧਾਰ ਅੰਦੋਲਨ ਸ਼ੁਰੂ ਕਰਨ ਦੇ ਵਿੱਚ ਯੋਗਦਾਨ ਪਾਇਆ ਸੀ ਉਹਦਾ ਨਾਮ ਸੀ ਮਾਰਟਿਨ ਲੂਥਰ। ਔਰ ਉਸ ਟਾਈਮ ਜਰਮਨ ਦੀ ਕੰਡੀਸ਼ਨ ਕੀ ਸੀ ਕਿ ਜਰਮਨ ਜਿਹੜਾ ਸੀ ਉਹ ਛੋਟੇ ਛੋਟੇ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀਗਾ, ਲੇਕਿਨ ਜਰਮਨ ਦੇ ਉੱਤੇ ਜਿਹੜਾ ਵਿਅਕਤੀ ਸ਼ਾਸਨ ਕਰ ਰਿਹਾ ਸੀਗਾ ਉਹ ਸੀ ਰੋਮਨ ਸਮਰਾਟ ਚਾਰਲਸ ਪੰਜਵਾਂ, ਜਿਹੜਾ ਕਿ ਜਰਮਨ ਦੇ ਵਿੱਚ ਨਾਮਾਤਰ ਸ਼ਾਸਕ ਦੇ ਤੌਰ 'ਤੇ ਸ਼ਾਸਨ ਕਰ ਰਿਹਾ ਸੀਗਾ। ਕੰਡੀਸ਼ਨ ਜਿਹੜੀ ਸੀ ਉਹ ਬਿਲਕੁਲ ਅਨੁਕੂਲ ਸੀ ਜਰਮਨ ਦੇ ਵਿੱਚ ਧਰਮ ਸੁਧਾਰ ਅੰਦੋਲਨ ਸ਼ੁਰੂ ਕਰਨ ਵਾਸਤੇ। ਸੋ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਮਾਰਟਿਨ ਲੂਥਰ ਜਿਹੜਾ ਸੀ ਉਸਨੇ ਕਿਵੇਂ ਸ਼ੁਰੂਆਤ ਕੀਤੀ ਜਾਂ ਮਾਰਟਿਨ ਲੂਥਰ ਕੌਣ ਸੀ। ਮਾਰਟਿਨ ਲੂਥਰ ਜਿਹੜਾ ਸੀ ਜਰਮਨ ਦੇ ਵਿੱਚ ਧਰਮ ਸੁਧਾਰ ਅੰਦੋਲਨ ਨੂੰ ਸ਼ੁਰੂ ਕਰਨ ਵਾਲਾ ਪਹਿਲਾ ਵਿਅਕਤੀ ਸੀ। ਇਹਨਾਂ ਦਾ ਜਨਮ ਜਿਹੜਾ ਸੀ ਆਈਸਲਬੇਨ ਨਾਮਕ ਸਥਾਨ ਦੇ ਵਿੱਚ ਹੋਇਆ ਸੀ ਔਰ ਸੈਕਸਨੀ ਪ੍ਰਾਂਤ ਦੇ ਵਿੱਚ ਸੀਗਾ। ਸੈਕਸਨੀ ਪ੍ਰਾਂਤ ਜਿਹੜਾ ਸੀ ਉਹ ਜਰਮਨ ਦੇ ਵਿੱਚ ਨਵੰਬਰ 1483 ਈਸਵੀ ਨੂੰ ਇਹਨਾਂ ਦਾ ਬਰਥ ਹੋਇਆ। ਬਹੁਤ ਹੀ ਸਧਾਰਨ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀਗੇ। ਬਚਪਨ ਤੋਂ ਹੀ ਧਾਰਮਿਕ ਵਿਚਾਰਾਂ ਵਾਲੇ ਵਿਅਕਤੀ ਸੀ। ਉਸ ਤੋਂ ਬਾਅਦ ਇਰਫਟ ਯੂਨੀਵਰਸਿਟੀ ਤੋਂ ਇਹਨਾਂ ਨੇ ਉੱਚੀ ਸਿੱਖਿਆ ਹਾਸਲ ਕੀਤੀ। ਫਿਰ ਕਾਫੀ ਟਾਈਮ ਤੱਕ ਇਹਨਾਂ ਨੇ ਪਾਦਰੀ ਵਜੋਂ ਵੀ ਕੰਮ ਕੀਤਾ। ਉਸ ਤੋਂ ਬਾਅਦ 1507 ਈਸਵੀ ਦੇ ਵਿੱਚ ਵਿਟਨਬਰਗ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਧਰਮ ਸ਼ਾਸਤਰ ਦੇ ਅਧਿਆਪਕ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਔਰ ਇਹਨਾਂ ਨੂੰ ਧਰਮ ਦੇ ਵਿੱਚ ਕਾਫੀ ਜ਼ਿਆਦਾ ਵਿਸ਼ਵਾਸ ਸੀਗਾ। ਫਿਰ ਉਸ ਤੋਂ ਬਾਅਦ 1511 ਈਸਵੀ ਦੇ ਵਿੱਚ ਉਹਨਾਂ ਨੇ ਰੋਮ ਦੀ ਯਾਤਰਾ ਕੀਤੀ, ਜਿੱਥੇ ਜਾ ਕੇ ਉਹਨਾਂ ਨੂੰ ਪੋਪ ਦੀ ਅਸਲੀਅਤ ਬਾਰੇ ਪਤਾ ਲੱਗਿਆ ਕਿ ਪੋਪ ਜਿਹੜਾ ਬਹੁਤ ਅਨੈਤਿਕਤਾ ਵਾਲੇ ਕੰਮ ਕਰ ਰਿਹਾ ਆ, ਇੱਕ ਵਿਲਾਸਤਾ ਭਰਿਆ ਜੀਵਨ ਬਤੀਤ ਕਰ ਰਿਹਾ। ਈਵਨ ਕਿ ਹੋਰ ਜਿੰਨੇ ਚਰਚ ਆ ਉਹਨਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਪਾਦਰੀ ਆ ਉਹ ਵੀ ਜਿਹੜਾ ਗੈਰ ਕਾਨੂੰਨੀ ਢੰਗ ਦੇ ਨਾਲ ਪੈਸਾ ਇਕੱਠਾ ਕਰ ਰਹੇ ਆ ਅਤੇ ਬੇਲਾਸਤਾ ਵਾਲਾ ਜੀਵਨ ਜਿਹੜਾ ਉਹ ਬਤੀਤ ਕਰ ਰਹੇ ਆ। ਇਹ ਦੇਖ ਕੇ ਮਾਰਟਿਨ ਲੂਥਰ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ। ਉਸ ਤੋਂ ਬਾਅਦ 1515 ਈਸਵੀ ਵਿੱਚ ਮਾਰਟਿਨ ਲੂਥਰ ਦਾ ਮੇਲ ਸੇਂਟ ਪੌਲ ਦੇ ਨਾਲ ਹੋਇਆ। ਸੇਂਟ ਪੌਲ ਨੇ ਮਾਰਟਿਨ ਲੂਥਰ ਨੂੰ ਇੱਕ ਗੱਲ ਸਮਝਾਈ ਕਿ ਕੋਈ ਵੀ ਵਿਅਕਤੀ, ਕੋਈ ਨੇਕ ਵਿਅਕਤੀ ਜਿਹੜਾ ਸਿਰਫ ਆਪਣੇ ਵਿਸ਼ਵਾਸ ਰਾਹੀਂ ਰੱਬ ਦੀ ਪ੍ਰਾਪਤੀ ਜਿਹੜੀ ਉਹ ਕਰ ਸਕਦਾ ਆ। ਸੋ ਇਹਨਾਂ ਵਿਚਾਰਾਂ ਦਾ ਮਾਰਟਿਨ ਲੂਥਰ ਦੇ ਮਨ ਉੱਤੇ ਇੰਨਾ ਜ਼ਿਆਦਾ ਅਸਰ ਹੋਇਆ ਕਿ ਉਸ ਤੋਂ ਬਾਅਦ ਉਹਨੇ ਅਧਿਆਤਮਿਕਤਾ ਦੇ ਵਿੱਚ ਉਹ ਡੁੱਬ ਗਿਆ ਔਰ ਇੰਨਾ ਜ਼ਿਆਦਾ ਉਸ ਦੇ ਵਿੱਚ ਅਧਿਆਤਮਿਕਤਾ ਦੇ ਵਿੱਚ ਲੀਨ ਹੋ ਗਿਆ। ਇਸ ਤਰ੍ਹਾਂ ਲੱਗਿਆ ਕਿ ਉਹਨੂੰ ਕਿ ਜਿਵੇਂ ਸੱਚੀ ਮੁੱਚੀ ਰੱਬ ਦੀ ਪ੍ਰਾਪਤੀ ਹੋ ਗਈ ਆ ਔਰ ਉਸ ਤੋਂ ਬਾਅਦ ਉਹਦੇ ਧਾਰਮਿਕ ਵਿਚਾਰਾਂ ਦੇ ਵਿੱਚ ਪਰਿਵਰਤਨ ਆ ਗਿਆ। ਉਹਨੂੰ ਅਹਿਸਾਸ ਹੋਇਆ ਕਿ ਕੋਈ ਵੀ ਵਿਅਕਤੀ ਜਿਹੜਾ ਉਹ ਸਿਰਫ ਆਪਣੇ ਵਿਸ਼ਵਾਸ ਦੇ ਨਾਲ ਰੱਬ ਦੀ ਪ੍ਰਾਪਤੀ ਕਰ ਸਕਦਾ, ਇਹਦੇ ਲਈ ਉਹਨੂੰ ਕਿਸੇ ਵਿੱਚ ਵਿਚੋਲੇ ਦੀ ਲੋੜ ਨਹੀਂ ਹੈ। ਨੈਕਸਟ ਜਿਹੜਾ ਕਾਰਨ ਹੈ ਟੇਟਜ਼ਲ ਤੇ ਖਿਮਾ ਪੱਤਰਾਂ ਦੀ ਵਿਕਰੀ। ਟੇਟਜ਼ਲ ਕੌਣ ਸੀ? 1517 ਈਸਵੀ ਦੇ ਵਿੱਚ ਵਿਟਨਬਰਗ ਦੇ ਵਿੱਚ ਹੀ ਉਸ ਚਰਚ ਦਾ ਇੱਕ ਪਾਦਰੀ ਸੀ ਜਿਸ ਦਾ ਨਾਮ ਸੀ ਟੇਟਜ਼ਲ। ਟੇਟਜ਼ਲ ਕੀ ਕਰ ਰਿਹਾ ਸੀਗਾ ਕਿ ਖਿਮਾ ਪੱਤਰ ਜਿਹੜੇ ਸੀ ਉਹ ਵੇਚ ਰਿਹਾ ਸੀ ਲੋਕਾਂ ਦੇ ਵਿੱਚ। ਜਿਵੇਂ ਪੋਪ ਵੀ ਜਿਹੜਾ ਸੀ ਜਾਂ ਪੂਰੀ ਕੈਥੋਲਿਕ ਚਰਚ ਸੀ, ਕੈਥੋਲਿਕ ਧਰਮ ਦੀਆਂ ਜਿੰਨੀਆਂ ਵੀ ਚਰਚਿਸ ਸੀਗੀਆਂ ਉਹਨਾਂ ਦੇ ਵਿੱਚ ਖਿਮਾ ਪੱਤਰਾਂ ਦੀ ਵਿਕਰੀ ਕੀਤੀ ਜਾਂਦੀ ਸੀ। ਜਿਸ ਤਰ੍ਹਾਂ ਕਿਹਾ ਜਾਂਦਾ ਸੀ ਕਿ ਇਸ਼ਨਾਨ ਕਰਨ ਦੇ ਨਾਲ ਕਿਸੇ ਪਵਿੱਤਰ ਧਾਰਮਿਕ ਸਥਾਨ ਦੇ ਉੱਤੇ ਜਾਣ ਨਾਲ ਮਨੁੱਖ ਦੇ ਪਾਪਾਂ ਦੀ ਮੁਕਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਯੂਰਪ ਦੇ ਵਿੱਚ ਵੀ ਇਹ ਖਿਮਾ ਪੱਤਰ ਜਿਹੜੇ ਸੀ ਉਹ ਵੇਚੇ ਜਾਂਦੇ ਸੀ, ਜਿਨ੍ਹਾਂ ਦੇ ਵਿੱਚ ਅਗਰ ਕੋਈ ਵੀ ਵਿਅਕਤੀ ਇਹਨਾਂ ਖਿਮਾ ਪੱਤਰਾਂ ਨੂੰ ਖਰੀਦਦਾ ਸੀ ਤਾਂ ਪੋਪ ਵੱਲੋਂ ਉਸ ਨੂੰ ਇਹ ਯਕੀਨ ਦਿਵਾਇਆ ਜਾਂਦਾ ਸੀ ਕਿ ਜਿਵੇਂ ਹੀ ਉਹ ਪੱਤਰ ਖਰੀਦੇਗਾ ਉਹਦੇ ਨਾਲ ਹੀ ਉਸ ਦੀ ਪਾਪਾਂ ਤੋਂ ਮੁਕਤੀ ਹੋ ਜਾਵੇਗੀ। ਸੋ ਟੇਟਜ਼ਲ ਜਿਹੜਾ ਸੀ ਉਹ ਗਲਤ ਤਰੀਕੇ ਦੇ ਨਾਲ ਖਿਮਾ ਪੱਤਰਾਂ ਦਾ ਪ੍ਰਚਾਰ ਕਰ ਰਿਹਾ ਸੀਗਾ। ਮਾਰਟਿਨ ਲੂਥਰ ਨੂੰ ਅਹਿਸਾਸ ਹੋਇਆ ਕਿ ਇਹ ਸਾਰਾ ਕੁਝ ਜਿਹੜਾ ਇਹ ਸਿਰਫ ਪੈਸਾ ਪ੍ਰਾਪਤ ਕਰਨ ਵਾਸਤੇ ਕੀਤਾ ਜਾ ਰਿਹਾ, ਜਦ ਕਿ ਗਰੀਬ ਤੇ ਅਗਿਆਨੀ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਇਹ ਖਿਮਾ ਪੱਤਰ ਵੇਚ ਕੇ। ਜਿਸ ਕਰਕੇ ਉਹਨੇ ਸੋਚਿਆ ਕਿ ਕਿਉਂ ਨਾ ਇਹ ਜੋ ਗੋਰਖ ਧੰਦਾ ਚਲਾਇਆ ਜਾ ਰਿਹਾ ਇਹਦਾ ਪਰਦਾਫਾਸ਼ ਲੋਕਾਂ ਦੇ ਸਾਹਮਣੇ ਕੀਤਾ ਜਾਵੇ। ਸੋ ਇਸ ਕਰਕੇ ਮਾਰਟਿਨ ਲੂਥਰ ਨੇ ਹੁਣ ਜਿਹੜਾ ਸੀ ਉਹ ਫੈਸਲਾ ਕਰ ਲਿਆ ਇਹਨਾਂ ਧਾਰਮਿਕ ਲੋਕਾਂ ਦਾ ਵਿਰੋਧ ਕਰਨ ਵਾਸਤੇ। ਉਸ ਤੋਂ ਬਾਅਦ ਉਸਨੇ ਕੀ ਕੀਤਾ? ਲੂਥਰ ਦੇ 95 ਪ੍ਰਸਤਾਵ। ਲੂਥਰ ਨੇ 95 ਵਿਸ਼ੇ ਜਿਹੜੇ ਸੀ ਉਹ ਚੁਣ ਲਏ ਔਰ ਆਪਣੇ 95 ਪ੍ਰਸਤਾਵ ਜਿਹੜੇ ਸੀ ਉਹਨੇ ਲਿਖ ਕੇ ਵਿਟਨਬਰਗ ਦੀ ਚਰਚ ਦੇ ਮੁੱਖ ਦਰਵਾਜ਼ੇ ਦੇ ਉੱਤੇ ਜਿਹੜੇ ਸੀ ਉਹ ਟੰਗ ਦਿੱਤੇ। ਔਰ ਨਾਲ ਹੀ ਉਸਨੇ ਧਾਰਮਿਕ ਜਿਹੜੇ ਜਿੰਨੇ ਵੀ ਨੇਤਾ ਸੀਗੇ, ਪੋਪ ਸੀ ਜਾਂ ਦੂਸਰੇ ਪਾਦਰੀ ਸੀ, ਉਹਨਾਂ ਨੂੰ ਕਿਹਾ ਕਿ ਖੁੱਲ੍ਹੇ ਤੌਰ 'ਤੇ ਉਹਨੇ ਜਿਹੜਾ ਸੀ ਚੈਲੰਜ ਕਰਤਾ ਉਹਨਾਂ ਨੂੰ ਕਿ ਇਹਨਾਂ 95 ਵਿਸ਼ਿਆਂ ਦੇ ਉੱਤੇ ਆ ਕੇ ਤੁਸੀਂ ਕਦੇ ਵੀ ਮੇਰੇ ਨਾਲ ਬਹਿਸ ਕਰ ਸਕਦੇ ਹੋ। ਉਸ ਤੋਂ ਬਾਅਦ ਉਸਨੂੰ ਧਾਰਮਿਕ ਵਿਅਕਤੀਆਂ ਨੇ ਇਹਨਾਂ ਵਿਸ਼ਿਆਂ ਦੇ ਉੱਤੇ ਬਹਿਸ ਕਰਨ ਲਈ ਮਾਰਟਿਨ ਲੂਥਰ ਨੂੰ ਬੁਲਾਇਆ ਔਰ ਜਿਸ ਦੇ ਵਿੱਚ ਮਾਰਟਿਨ ਲੂਥਰ ਨੇ ਕਿਹਾ ਕਿ ਪੋਪ ਨੂੰ ਕੀ ਅਧਿਕਾਰ ਹੈ ਕਿ ਉਹ ਕਿਸ ਤਰ੍ਹਾਂ ਦੇ ਨਾਲ ਕਿਸੇ ਵਿਅਕਤੀ ਦੇ ਪਾਪਾਂ ਨੂੰ ਮਾफ़ ਕਰ ਸਕਦਾ ਹੈ, ਜੇ ਕਿਸੇ ਵਿਅਕਤੀ ਨੂੰ ਪਾਪਾਂ ਤੋਂ ਮੁਕਤ ਕਰ ਸਕਦਾ, ਕਿ ਪੋਪ ਦੇ ਕੋਲ ਅਧਿਕਾਰ ਹੈ ਕਿ ਉਹ ਕਿਸੇ ਵਿਅਕਤੀ ਨੂੰ ਰੱਬ ਦੀ ਪ੍ਰਾਪਤੀ ਕਰਵਾ ਸਕਦਾ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੀ ਉਹ ਧਾਰਮਿਕ ਵਿਅਕਤੀਆਂ ਦੇ ਸਾਹਮਣੇ ਹੋਈਆਂ ਤਾਂ ਮਾਰਟਿਨ ਲੂਥਰ ਦੇ ਇਹਨਾਂ ਸਵਾਲਾਂ ਦਾ ਇਹਨਾਂ ਧਾਰਮਿਕ ਵਿਅਕਤੀਆਂ ਨੂੰ ਕੋਈ ਵੀ ਜਵਾਬ ਨਹੀਂ ਆਇਆ।
ਉਸ ਤੋਂ ਬਾਅਦ ਪੋਪ, ਉਸ ਟਾਈਮ ਦਾ ਜਿਹੜਾ ਪੋਪ ਸੀ ਲੀਓ 10ਵਾਂ, ਉਸਨੇ ਲੂਥਰ ਨੂੰ ਫਿਰ ਕੈਥੋਲਿਕ ਧਰਮ ਦੇ ਵਿੱਚੋਂ ਬਾਹਰ ਕੱਢ ਦਿੱਤਾ। ਲੇਕਿਨ ਲੂਥਰ ਦੇ ਉੱਤੇ ਕੋਈ ਵੀ ਅਸਰ ਨਹੀਂ ਹੋਇਆ ਤੇ ਉਸਨੇ 10 ਦਸੰਬਰ 1920 ਨੂੰ ਇੱਕ ਸਰਵਜਨਕ ਸਭਾ ਕੀਤੀ, ਜਿਸ ਵਿੱਚ ਉਸਨੇ ਪੋਪ ਦੇ ਇਹ ਜਿਹੜਾ ਆਦੇਸ਼ ਉਸ ਨੂੰ ਦਿੱਤਾ ਗਿਆ ਸੀ ਕੈਥੋਲਿਕ ਧਰਮ ਵਿੱਚੋਂ ਬਾਹਰ ਕੱਢਣ ਦਾ, ਉਸ ਆਦੇਸ਼ ਨੂੰ ਜਿਹੜਾ ਸੀ ਉਸਨੇ ਸਾੜ ਦਿੱਤਾ। ਉਸ ਤੋਂ ਬਾਅਦ ਉਸਨੇ ਲੂਥਰ ਨੇ ਸੋਚਿਆ ਕਿ ਹੁਣ ਲੋਕਾਂ ਨੂੰ ਇਸ ਅਗਿਆਨਤਾ ਵਿੱਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਆ। ਉਸਨੇ ਬਹੁਤ ਸਾਰੀਆਂ ਕਿਤਾਬਾਂ ਦਾ ਜਿਹੜਾ ਸੀ ਉਹ ਪ੍ਰਕਾਸ਼ਨ ਕੀਤਾ, ਜਿਸ ਦੇ ਵਿੱਚ ਲੋਕਾਂ ਨੂੰ ਉਸਨੇ ਧਰਮ ਦੀ ਅਸਲੀ ਜਾਣਕਾਰੀ ਦਿੱਤੀ ਔਰ ਇਹ ਸਮਝਾਇਆ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਆਮ ਬੰਦਾ ਵੀ ਜਿਹੜਾ ਆਪਣੇ ਭਗਤੀ ਦੁਆਰਾ, ਆਪਣੇ ਵਿਸ਼ਵਾਸ ਦੁਆਰਾ ਰੱਬ ਦੀ ਪ੍ਰਾਪਤੀ ਜਿਹੜੀ ਉਹ ਕਰ ਸਕਦਾ ਆ। ਉਸ ਤੋਂ ਬਾਅਦ ਨੈਕਸਟ ਹੈ ਵਰਮਜ਼ ਦੀ ਸਭਾ। ਫਿਰ ਉਸ ਤੋਂ ਬਾਅਦ ਲੀਓ 10ਵਾਂ ਜਿਹੜਾ ਸੀ, ਇਸਨੇ ਰੋਮਨ ਸਮਰਾਟ ਚਾਰਲਸ 5ਵੇਂ ਦੀ ਮਦਦ ਲੈਣ ਬਾਰੇ ਸੋਚਿਆ, ਜਿਸ ਕਰਕੇ ਰੋਮ ਦੇ ਵਿੱਚ ਵਰਮਜ਼ ਦੀ ਸਭਾ ਦੇ ਵਿੱਚ ਮਾਰਟਿਨ ਲੂਥਰ ਨੂੰ 18 ਅਪ੍ਰੈਲ 1521 ਨੂੰ ਬੁਲਾਇਆ ਗਿਆ ਸੀਗਾ। ਸਮਰਾਟ ਨੇ ਲੂਥਰ ਨੂੰ ਕਿਹਾ ਕਿ ਉਹ ਆਪਣੇ 95 ਪ੍ਰਸਤਾਵ ਵਾਪਸ ਲੈ ਲਵੇ, ਨਹੀਂ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਲੇਕਿਨ ਮਾਰਟਿਨ ਲੂਥਰ ਨੇ ਇਹ ਆਦੇਸ਼ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਔਰ ਉਸ ਤੋਂ ਬਾਅਦ ਉਸ ਦੇ ਵਿਰੁੱਧ ਜਿਹੜਾ ਸੀ ਇੱਕ ਮਤਾ ਪਾਸ ਹੋਇਆ ਕਿ ਲੂਥਰ ਜਿਹੜਾ ਉਹ ਹੁਣ ਸ਼ਾਸਨ ਦਾ ਵਿਰੋਧੀ ਹੈ, ਕਿਉਂਕਿ ਲੂਥਰ ਜਿਹੜਾ ਸੀ ਆਮ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹਰਮਨ ਪਿਆਰਾ ਹੋ ਚੁੱਕਾ ਸੀਗਾ। ਔਰ ਉਸ ਤੋਂ ਬਾਅਦ ਫਿਰ ਸੈਕਸਨੀ ਦੇ ਵਿੱਚ ਜਿਹੜਾ ਸੀ ਉੱਥੋਂ ਦਾ ਸਮਰਾਟ ਸੀ ਸੈਕਸਨੀ ਦਾ, ਜਿੱਥੇ ਕਿ ਉਹਦਾ ਬਰਥ ਹੋਇਆ ਸੀ ਜਿਸ ਪ੍ਰਾਂਤ ਦੇ ਵਿੱਚ, ਉੱਥੇ ਦੇ ਸਮਰਾਟ ਨੇ ਲੂਥਰ ਨੂੰ ਜਿਹੜੀ ਸੀ ਉਹ ਸ਼ਰਨ ਦੇ ਦਿੱਤੀ। ਔਰ ਫਿਰ ਥੋੜ੍ਹੇ ਹੀ ਦਿਨਾਂ ਦੇ ਵਿੱਚ ਲੂਥਰ ਨੇ ਇੱਕ ਨਵੀਂ ਬਾਈਬਲ ਜਿਹੜੀ ਸੀ ਜਰਮਨ ਭਾਸ਼ਾ ਦੇ ਵਿੱਚ ਉਸ ਦੀ ਟਰਾਂਸਲੇਸ਼ਨ ਕਰ ਦਿੱਤੀ, ਜਿਸ ਵਿੱਚ ਉਸਨੇ ਸਹੀ ਤਰੀਕੇ ਦੇ ਨਾਲ ਜਿਹੜਾ ਸੀ ਉਹ ਬਾਈਬਲ ਦਾ ਟਰਾਂਸਲੇਟ ਕੀਤਾ ਸੀ ਸਿਰਫ 11 ਹਫ਼ਤਿਆਂ ਦੇ ਵਿੱਚ ਹੀ। ਔਰ ਇਹਦੇ ਨਾਲ ਹੀ ਉਸ ਟਾਈਮ ਦੇ ਵਿੱਚ ਇੱਕ ਭਿਕਸ਼ਣ ਸੀ ਜਿਹੜੀ ਕਿ ਮੱਠ ਦੇ ਜੀਵਨ ਨੂੰ ਤਿਆਗ ਚੁੱਕੀ ਸੀ। ਲੂਥਰ ਦਾ ਜਿਹੜਾ ਸੀ ਉਸ ਦੇ ਨਾਲ ਵਿਆਹ ਹੋ ਚੁੱਕਿਆ ਸੀ। ਇਸ ਤੋਂ ਬਾਅਦ ਰੋਮਨ ਸਮਰਾਟ ਚਾਰਲਸ 5ਵਾਂ ਜਿਹੜਾ ਸੀ ਉਹ ਫਰਾਂਸ ਦੇ ਨਾਲ ਲੜਾਈ ਝਗੜਿਆਂ ਦੇ ਵਿੱਚ ਉਲਝ ਗਿਆ, ਜਿਸ ਕਰਕੇ ਉਸ ਨੂੰ ਲੂਥਰ ਵੱਲ ਧਿਆਨ ਦੇਣ ਦਾ ਮੌਕਾ ਹੀ ਨਹੀਂ ਮਿਲਿਆ। ਤੇ ਪੋਪ ਲੀਓ 10ਵੇਂ ਨੇ ਵੀ ਸੋਚਿਆ ਕਿ ਹੁਣ ਲੂਥਰ ਦੇ ਖਿਲਾਫ ਕਾਰਵਾਈ ਕਰਨ ਦਾ ਕੋਈ ਫਾਇਦਾ ਨਹੀਂ ਹੋਵੇਗਾ, ਨਹੀਂ ਤਾਂ ਜਰਮਨ ਦੇ ਵਿੱਚ ਗ੍ਰਹਿ ਯੁੱਧ ਸ਼ੁਰੂ ਹੋ ਸਕਦਾ ਆ। ਉਸ ਤੋਂ ਬਾਅਦ ਹੈ ਅਗਲਾ ਪੁਆਇੰਟ ਕਿਸਾਨਾਂ ਦਾ ਵਿਦਰੋਹ। ਕਿਸਾਨ ਜਿਹੜੇ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਵਿਦਰੋਹ ਕਰ ਰਹੇ ਸੀ, ਉੱਤਰੀ ਜਰਮਨ ਦੇ ਵਿੱਚ ਵੀ, ਕੇਂਦਰੀ ਜਰਮਨ ਦੇ ਵਿੱਚ ਵੀ ਤੇ ਦੱਖਣੀ ਜਰਮਨ ਦੇ ਵਿੱਚ ਵੀ। ਉੱਤਰੀ ਜਰਮਨ ਤੇ ਕੇਂਦਰੀ ਜਰਮਨ ਤੇ ਲੋਕ ਤਾਂ ਪਹਿਲਾਂ ਹੀ ਮਾਰਟਿਨ ਲੂਥਰ ਦੇ ਵਿਚਾਰਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ, ਕਿਉਂਕਿ ਮਾਰਟਿਨ ਲੂਥਰ ਜਿਹੜਾ ਸੀ ਉਹ ਹਮੇਸ਼ਾ ਹੀ ਸਮਾਨਤਾ ਦੀ ਗੱਲ ਕਰਦਾ ਸੀ। ਇਸ ਕਰਕੇ ਕਿਸਾਨ ਵੀ ਜਿਹੜੇ ਸੀ ਉਹ ਮਾਰਟਿਨ ਲੂਥਰ ਦੀ ਇਸ ਗੱਲ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗੇ। ਈਵਨ ਕਿ ਦੱਖਣੀ ਜਰਮਨ ਦੇ ਕਿਸਾਨ ਸੀ ਜਿਹੜੇ ਸੀ ਉਹ ਵੀ ਮਾਰਟਿਨ ਲੂਥਰ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ, ਜਿਸ ਕਰਕੇ ਦੱਖਣੀ ਜਰਮਨ ਦੇ ਕਿਸਾਨਾਂ ਨੇ ਵੀ ਸੋਚਿਆ ਕਿ ਅਸੀਂ ਸ਼ਾਸਕਾਂ ਦੇ ਖਿਲਾਫ ਵਿਦਰੋਹ ਕਰੀਏ ਤੇ ਉਹਨਾਂ ਤੋਂ ਆਪਣੀਆਂ ਮੰਗਾਂ ਮਨਵਾਈਏ। ਇਸ ਤਰ੍ਹਾਂ ਦੇ ਨਾਲ ਦੱਖਣੀ ਜਰਮਨ ਦੇ ਵਿੱਚ ਵੀ ਕਿਸਾਨਾਂ ਦਾ ਵਿਦਰੋਹ ਜਿਹੜਾ ਸੀ ਉਹ ਸ਼ੁਰੂ ਹੋ ਗਿਆ। ਲੇਕਿਨ ਪ੍ਰੋਬਲਮ ਇੱਥੇ ਆਈ ਜਦੋਂ ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਹਿੰਸਕ ਸਾਧਨਾਂ ਦੀ ਵਰਤੋਂ ਕਰਾਂਗੇ, ਲੇਕਿਨ ਮਾਰਟਿਨ ਲੂਥਰ ਜਿਹੜਾ ਸੀ ਉਹ ਹਿੰਸਕ ਵਿਦਰੋਹ ਕਰਨ ਦੇ ਪੱਖ ਵਿੱਚ ਨਹੀਂ ਸੀਗਾ, ਜਿਸ ਕਰਕੇ ਮਾਰਟਿਨ ਲੂਥਰ ਨੇ ਜਰਮਨ ਦੇ ਸ਼ਾਸਕਾਂ ਤੇ ਕੁਲੀਨਾਂ ਨੂੰ ਬੇਨਤੀ ਕੀਤੀ ਕਿ ਇਹਨਾਂ ਕਿਸਾਨਾਂ ਦੇ ਵਿਦਰੋਹ ਨੂੰ ਜ਼ਬਰਦਸਤੀ ਦਬਾਇਆ ਜਾਵੇ, ਇਹਨਾਂ ਨੂੰ ਪਾਗਲ ਕੁੱਤਿਆਂ ਦੇ ਵਾਂਗ ਮਾਰਿਆ ਜਾਵੇ। ਔਰ ਇਹ ਬੇਨਤੀ ਉਸਨੇ 1525 ਈਸਵੀ ਦੇ ਵਿੱਚ ਕੀਤੀ ਸੀ। ਉਸ ਤੋਂ ਬਾਅਦ ਜਰਮਨ ਦੇ ਸ਼ਾਸਕਾਂ ਨੇ ਇਸ ਵਿਦਰੋਹ ਦਾ ਅੰਤ ਕਰਨ ਵਾਸਤੇ ਬਹੁਤ ਸਾਰੇ ਦੱਖਣੀ ਜਰਮਨ ਦੇ ਵਿੱਚ ਜਿਹੜੇ ਕਿਸਾਨ ਹਿੰਸਕ ਵਿਦਰੋਹ ਕਰ ਰਹੇ ਸੀ ਉਹਨਾਂ ਨੂੰ ਮਾਰ ਦਿੱਤਾ ਔਰ ਲਗਭਗ 1 ਲੱਖ ਕਿਸਾਨ ਜਿਹੜੇ ਸੀ ਉਹ ਦੱਖਣੀ ਜਰਮਨ ਦੇ ਵਿੱਚ ਮਾਰੇ ਗਏ ਸੀ ਲੂਥਰ ਦੀ ਇਸ ਬੇਨਤੀ ਦੇ ਕਰਕੇ। ਸੋ ਇਸ ਤਰ੍ਹਾਂ ਦੇ ਨਾਲ ਦੱਖਣੀ ਜਰਮਨ ਵਿੱਚ ਰਹਿਣ ਵਾਲੇ ਕਿਸਾਨ ਜਿਹੜੇ ਸੀ ਹੁਣ ਉਹ ਲੂਥਰ ਦੇ ਵਿਰੋਧੀ ਹੋ ਗਏ। ਉਸ ਤੋਂ ਬਾਅਦ ਫਿਰ ਉੱਤਰੀ ਜਰਮਨ ਤੇ ਦੱਖਣੀ ਜਰਮਨ ਦੇ ਵਿੱਚ ਜਿਹੜਾ ਸੀ ਉਹ ਗ੍ਰਹਿ ਯੁੱਧ ਸ਼ੁਰੂ ਹੋ ਗਿਆ, ਕਿਉਂਕਿ ਉੱਤਰੀ ਜਰਮਨ ਦੇ ਜਿਹੜੇ ਸ਼ਾਸਕ ਸੀ ਉਹ ਲੂਥਰ ਦੇ ਸਮਰਥਕ ਸੀ ਤੇ ਦੱਖਣੀ ਜਰਮਨ ਦੇ ਸ਼ਾਸਕ, ਕਿਉਂਕਿ ਉੱਥੇ ਬਹੁਤ ਸਾਰੇ ਕਿਸਾਨ ਮਾਰੇ ਗਏ ਸੀ, ਉੱਥੇ ਦੇ ਆਮ ਲੋਕ ਵੀ ਤੇ ਉੱਥੇ ਦੇ ਸ਼ਾਸਕ ਵੀ ਜਿਹੜੇ ਸੀਗੇ ਉਹ ਲੂਥਰ ਦੇ ਵਿਰੋਧੀ ਹੋ ਗਏ ਸੀ। ਇਸ ਕਰਕੇ ਉੱਤਰੀ ਜਰਮਨ ਤੇ ਦੱਖਣੀ ਜਰਮਨ ਦੇ ਵਿੱਚ ਗ੍ਰਹਿ ਯੁੱਧ ਛਿੜਨਾ ਸੁਭਾਵਿਕ ਹੀ ਸੀ। ਸੋ ਗ੍ਰਹਿ ਯੁੱਧ ਜਿਹੜਾ ਸੀ ਉਹ ਸ਼ੁਰੂ ਹੋ ਚੁੱਕਿਆ ਸੀ ਲੂਥਰ ਦੀ ਵਜ੍ਹਾ ਦੇ ਨਾਲ। ਇਹ ਗ੍ਰਹਿ ਯੁੱਧ ਜਿਹੜਾ ਸੀ ਇਹ 9 ਸਾਲ ਤੱਕ ਚੱਲਿਆ। ਉਸ ਤੋਂ ਬਾਅਦ ਇਸ ਯੁੱਧ ਦਾ ਅੰਤ ਹੋਇਆ 1555 ਦੇ ਵਿੱਚ, ਜਦੋਂ ਜਰਮਨ ਦੀ ਡਾਇਟ ਦੇ ਵਿੱਚ, ਜਿਸ ਨੂੰ ਅਸੀਂ ਪਾਰਲੀਮੈਂਟ ਕਹਿੰਦੇ ਜਰਮਨ ਦੀ ਉਸ ਟਾਈਮ ਦੀ, ਜਰਮਨ ਦੀ ਡਾਇਟ ਦੇ ਵਿੱਚ ਔਗਸਬਰਗ ਦੀ ਸੰਧੀ ਹੋਈ, ਜਿਸ ਦੇ ਦੁਆਰਾ ਇਸ ਗ੍ਰਹਿ ਯੁੱਧ ਦਾ ਅੰਤ ਹੋਇਆ ਔਰ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਕਿਸੇ ਵੀ ਰਾਜ ਦਾ, ਚਾਹੇ ਉੱਤਰੀ ਜਰਮਨ ਦੇ ਸ਼ਾਸਕ ਹੋਣ ਚਾਹੇ ਦੱਖਣੀ ਜਰਮਨ ਦੇ ਹੋਣ, ਕੋਈ ਵੀ ਸ਼ਾਸਕ ਜਾਂ ਸਮਰਾਟ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਆ ਤੇ ਉੱਥੇ ਦੇ ਰਹਿਣ ਵਾਲੇ ਵਿਅਕਤੀ ਆ ਜਿਹੜੇ ਜਾਂ ਨਾਗਰਿਕ ਆ ਉਹ ਵੀ ਕਿਸੇ ਵੀ ਧਰਮ ਨੂੰ ਆਪਣੀ ਮਰਜ਼ੀ ਦੇ ਨਾਲ ਅਪਣਾ ਸਕਦੇ ਆ।
ਔਰ ਲੂਥਰ ਦੁਆਰਾ ਜਿਹੜੇ ਵਿਚਾਰਾਂ ਦਾ ਪ੍ਰਚਾਰ ਕੀਤਾ ਗਿਆ ਸੀ ਉਸ ਨੂੰ ਲੂਥਰਵਾਦ ਦਾ ਨਾਮ ਦਿੱਤਾ ਗਿਆ। ਇਸ ਤਰ੍ਹਾਂ ਦੇ ਨਾਲ ਮਾਰਟਿਨ ਲੂਥਰ ਦੇ ਦੁਆਰਾ ਜਿਹੜੇ ਵਿਚਾਰ ਸ਼ੁਰੂ ਕੀਤੇ ਗਏ ਸੀ ਉਸ ਨੂੰ ਲੂਥਰਵਾਦ ਵਜੋਂ ਮਾਨਤਾ ਮਿਲ ਗਈ ਤੇ ਲੂਥਰਵਾਦ ਜਿਹੜਾ ਸੀ ਹੁਣ ਈਸਾਈ ਧਰਮ ਦੀ ਇੱਕ ਸ਼ਾਖਾ ਬਣ ਗਈ ਤੇ ਲੂਥਰਵਾਦ ਨੂੰ ਬਾਅਦ ਵਿੱਚ ਪ੍ਰੋਟੈਸਟੈਂਟ ਧਰਮ ਦਾ ਨਾਮ ਵੀ ਜਿਹੜਾ ਸੀ ਉਹ ਦੇ ਦਿੱਤਾ ਗਿਆ। ਨਾਲ ਹੀ ਇਹ ਵੀ ਕਿਹਾ ਗਿਆ ਕਿ ਕੈਥੋਲਿਕ ਧਰਮ ਦੇ ਏਰੀਏ ਦੇ ਵਿੱਚ ਅਗਰ ਕੋਈ ਪ੍ਰੋਟੈਸਟੈਂਟ ਧਰਮ ਦਾ ਵਿਅਕਤੀ ਰਹਿੰਦਾ ਹੈ ਤਾਂ ਉਸ ਨੂੰ ਜ਼ਬਰਦਸਤੀ ਆਪਣਾ ਧਰਮ ਤਬਦੀਲ ਕਰਨ ਲਈ ਨਹੀਂ ਕਿਹਾ ਜਾਵੇਗਾ, ਲੇਕਿਨ ਅਗਰ ਕੋਈ ਵੀ ਕੈਥੋਲਿਕ ਵਿਅਕਤੀ ਆਪਣੇ ਧਰਮ ਨੂੰ ਬਦਲਦਾ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾਏਗੀ। ਉਸ ਤੋਂ ਇਸ ਤਰ੍ਹਾਂ ਦੇ ਨਾਲ ਮਾਰਟਿਨ ਲੂਥਰ ਦੇ ਪ੍ਰੋਟੈਸਟੈਂਟ ਧਰਮ ਨੂੰ ਜਿਹੜੀ ਸੀ ਉਹ ਮਾਨਤਾ ਮਿਲ ਚੁੱਕੀ ਸੀ। 1546 ਈਸਵੀ ਦੇ ਵਿੱਚ ਲੂਥਰ ਦੀ ਡੈਥ ਹੋ ਗਈ ਔਰ ਲੇਕਿਨ ਉਸ ਦੀ ਚਾਹੇ ਡੈਥ ਹੋ ਗਈ ਉਸ ਦੇ ਦੁਆਰਾ ਸ਼ੁਰੂ ਕੀਤਾ ਗਿਆ ਪ੍ਰੋਟੈਸਟੈਂਟ ਧਰਮ ਜਿਹੜਾ ਸੀ ਬਹੁਤ ਹੀ ਜ਼ਿਆਦਾ ਫੇਮਸ ਹੋਇਆ। ਦੂਸਰੀਆਂ ਕੰਟਰੀਜ਼ ਦੇ ਵਿੱਚ ਵੀ ਜਿਵੇਂ ਨਾਰਵੇ, ਸਵੀਡਨ ਤੇ ਡੈਨਮਾਰਕ ਦੇ ਜਿਹੜੇ ਵਿੱਚ ਰਹਿਣ ਵਾਲੇ ਲੋਕ ਸੀ ਉੱਥੇ ਤੇ ਵੀ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਮਾਰਟਿਨ ਲੂਥਰ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ ਤੇ ਉਹਨਾਂ ਨੇ ਵੀ ਲੂਥਰਵਾਦ ਨੂੰ ਜਿਹੜਾ ਸੀ ਉਹ ਅਪਣਾ ਲਿਆ। ਇਸ ਤਰ੍ਹਾਂ ਦੇ ਨਾਲ ਮਾਰਟਿਨ ਲੂਥਰ ਜਿਹੜਾ ਸੀ ਉਸਨੇ ਜਰਮਨ ਦੇ ਵਿੱਚ ਜਾਂ ਕੈਥੋਲਿਕ ਧਰਮ ਦੇ ਵਿੱਚ ਫੈਲਿਆ ਹੋਇਆ ਜੋ ਅਨੈਤਿਕਤਾ ਤੇ ਜੋ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ ਉਸਨੇ ਸਾਰੇ ਲੋਕਾਂ ਦੇ ਸਾਹਮਣੇ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਇਸ ਤਰ੍ਹਾਂ ਦੇ ਨਾਲ ਉਹ ਲੋਕਾਂ ਦੇ ਵਿੱਚ ਬੜੇ ਹੀ ਹਰਮਨ ਪਿਆਰਾ ਹੋਇਆ ਤੇ ਉਸਨੇ ਹੀ ਸਭ ਤੋਂ ਪਹਿਲਾਂ ਜਿਹੜਾ ਸੀ ਜਰਮਨ ਭਾਸ਼ਾ ਦੇ ਵਿੱਚ ਬਾਈਬਲ ਦਾ ਅਨੁਵਾਦ ਕੀਤਾ ਸੀ ਤੇ ਆਪਣੇ ਧਰਮ, ਆਪਣੇ ਵਿਚਾਰਾਂ ਤੇ ਆਪਣੇ ਬਾਈਬਲ ਦਾ ਕਰਕੇ ਉਹ ਬਹੁਤ ਹੀ ਜ਼ਿਆਦਾ ਜਿਹੜਾ ਸੀ ਉਹ ਫੇਮਸ ਹੋ ਚੁੱਕਾ ਸੀ। ਥੈਂਕ ਯੂ।